ਅੱਗੇ ਅਸੀਂ ਦਫ਼ਤਰੀ ਸ਼ਬਦਾਵਲੀ ਨਾਲ ਸੰਬੰਧਿਤ ਇਹ ਅੱਖਰ ਵਾਲੇ ਹੀ ਸ਼ਬਦ ਕੁਝ ਹੋਰ ਪੜ੍ਹਾਂਗੇ। ਸੋ ਇਹ ਅੱਖਰ ਨਾਲ ਸੰਬੰਧਿਤ ਕੁਝ ਹੋਰ ਸ਼ਬਦ ਇਸ ਪ੍ਰਕਾਰ ਹਨ: ਅਟੈਂਡੈਂਸ, ਹਾਜ਼ਰੀ। ਅਟੈਂਸ਼ਨ ਇਜ਼ ਇਨਵਾਈਟਡ, ਧਿਆਨ ਦਿਵਾਇਆ ਜਾਂਦਾ ਹੈ। ਅਟੈਂਸ਼ਨ ਸ਼ਬਦ ਦਾ ਮਤਲਬ ਹੈ ਧਿਆਨ। ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਸੁਣਿਆ ਹੁੰਦਾ ਹੈ, ਅਟੈਂਸ਼ਨ ਪਲੀਜ਼। ਸੋ ਅਟੈਂਸ਼ਨ ਦਾ ਮਤਲਬ ਹੁੰਦਾ ਹੈ ਉੱਥੇ ਵੀ ਧਿਆਨ ਦਿਓ ਜੀ। ਸੋ ਇਸ ਤਰ੍ਹਾਂ ਅਟੈਂਸ਼ਨ ਇਜ਼ ਇਨਵਾਈਟਡ, ਧਿਆਨ ਦਿਵਾਇਆ ਜਾਂਦਾ ਹੈ। ਔਕਸ਼ਨ, ਨਿਲਾਮੀ। ਇਹ ਸ਼ਬਦ ਵੀ ਅਸੀਂ ਆਮ ਹੀ ਸੁਣਿਆ ਹੁੰਦਾ ਹੈ ਜਾਂ ਨਿਊਜ਼ਪੇਪਰ ਵਿੱਚ, ਖਾਸ ਕਰ ਅੰਗਰੇਜ਼ੀ ਦੇ ਨਿਊਜ਼ਪੇਪਰ ਵਿੱਚ ਆਮ ਦੇਖਣ ਨੂੰ, ਪੜ੍ਹਨ ਨੂੰ ਮਿਲਦਾ ਹੈ। ਔਕਸ਼ਨ, ਨਿਲਾਮੀ। ਅਵੇਲੇਬਲ, ਉਪਲਬਧ। ਐਡੀਸ਼ਨਲ, ਵਾਧੂ, ਅਤਿਰਿਕਤ। ਜਿਸ ਤਰ੍ਹਾਂ ਅਸੀਂ ਆਮ ਆਪਣੀ ਸਟੱਡੀ ਦੇ ਤੌਰ 'ਤੇ ਹੀ ਸ਼ਬਦ ਇਹ ਲੈ ਲੈਂਦੇ ਹਾਂ। ਜਿਵੇਂ ਅਸੀਂ ਕੋਈ ਐਡੀਸ਼ਨਲ ਵਿਸ਼ਾ, ਐਡੀਸ਼ਨਲ ਸਬਜੈਕਟ ਰੱਖਦੇ ਹਾਂ ਤਾਂ ਉਸ ਦਾ ਮਤਲਬ ਵੀ ਹੁੰਦਾ ਹੈ ਕਿ ਜਿਹੜੇ ਰੈਗੂਲਰ ਸਬਜੈਕਟ ਹਨ ਉਹਨਾਂ ਤੋਂ ਬਿਨਾਂ ਅਸੀਂ ਕੋਈ ਵਾਧੂ ਵਿਸ਼ਾ ਵੀ ਲੈ ਰਹੇ ਹਾਂ। ਸੋ ਐਡੀਸ਼ਨਲ ਦਾ ਮਤਲਬ ਹੈ ਵਾਧੂ। ਅਟੈਂਸ਼ਨ, ਤਸਦੀਕ, ਪ੍ਰਮਾਣੀਕਰਨ। ਅਟੈਸਟਡ ਕਾਪੀ, ਤਸਦੀਕੀ ਨਕਲ ਜਾਂ ਪ੍ਰਮਾਣਿਤ ਨਕਲ। ਇੱਥੇ ਅਟੈਸਟੇਸ਼ਨ ਜਾਂ ਅਟੈਸਟਡ ਕਾਪੀ, ਇਹਨਾਂ ਦਾ ਮਤਲਬ ਹੈ ਕਿ ਜਦੋਂ ਸਾਡਾ ਕੋਈ ਓਰੀਜਨਲ ਡਾਕੂਮੈਂਟ ਅਸੀਂ ਕਿਤੇ ਨਹੀਂ ਦੇਣਾ ਤਾਂ ਉਸਦੀ ਜਗ੍ਹਾ ਅਸੀਂ ਉਸਦੀ ਫੋਟੋਸਟੇਟ ਕਾਪੀ, ਉਸਦੀ ਨਕਲ ਨੂੰ ਵਰਤਦੇ ਹਾਂ। ਪਰ ਉਹ ਨਕਲ ਅਸਲ ਦਾ ਬਿਲਕੁਲ ਸਹੀ ਫੋਟੋ ਕਾਪੀ ਹੈ, ਬਿਲਕੁਲ ਸਹੀ ਨਾਲ ਮਿਲਦੀ ਜੁਲਦੀ ਹੈ, ਤਾਂ ਉਸ ਲਈ ਅਸੀਂ ਇਹ ਸਬੂਤ ਦਿੰਦੇ ਹਾਂ ਕਿ ਉਸ 'ਤੇ ਜੋ ਫੋਟੋਸਟੇਟ ਕਾਪੀ ਹੈ ਉਸ 'ਤੇ ਕਿਸੇ ਨਾ ਕਿਸੇ ਸੰਸਥਾ ਦੀ ਜੋ ਸਟੈਂਪ, ਮੋਹਰ ਜਾਂ ਸੰਸਥਾ ਦੇ ਮੁੱਖ ਅਧਿਕਾਰੀ ਦੇ ਜੋ ਦਸਤਖਤ ਹਨ ਉਹ ਇਹ ਸਬੂਤ ਹਨ ਕਿ ਇਹ ਕਾਪੀ ਬਿਲਕੁਲ ਅਸਲ ਦੇ ਨਾਲ ਮਿਲਦੀ ਜੁਲਦੀ ਹੈ। ਸੋ ਉਸ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦਸਤਖਤ ਨੂੰ ਜਾਂ ਉਸ ਮੋਹਰ ਲਗਾਉਣ ਨੂੰ ਜਾਂ ਉਸ ਫੋਟੋਸਟੇਟ ਕਾਪੀ ਲਈ ਅਸੀਂ ਸ਼ਬਦ ਵਰਤਦੇ ਹਾਂ ਅਟੈਸਟਡ ਕਾਪੀ, ਜਾਂ ਉਸ ਨੂੰ ਅਸੀਂ ਕਹਿੰਦੇ ਹਾਂ ਅਟੈਸਟੇਸ਼ਨ। ਸੋ ਅਟੈਸਟੇਸ਼ਨ ਦਾ ਮਤਲਬ ਹੈ ਤਸਦੀਕ ਜਾਂ ਪ੍ਰਮਾਣੀਕਰਨ। ਅਟੈਸਟਡ ਕਾਪੀ, ਤਸਦੀਕੀ ਨਕਲ ਜਾਂ ਪ੍ਰਮਾਣਿਤ ਨਕਲ। ਐਟ ਯੂਅਰ ਅਰਲੀਐਸਟ ਕਨਵੀਨੀਅੰਸ, ਜਿੰਨੀ ਛੇਤੀ ਸੰਭਵ ਹੋਵੇ। ਆਡਿਟ, ਲੇਖਾ ਪੜਤਾਲ। ਸੋ ਆਡਿਟ ਸ਼ਬਦ ਵੀ ਦਫ਼ਤਰੀ ਕੰਮਕਾਜ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ। ਲੇਖਾ ਪੜਤਾਲ ਮਤਲਬ ਕਈ ਦਫ਼ਤਰਾਂ ਦੇ ਵਿੱਚ ਹਰ ਮਹੀਨੇ ਹੀ ਕੰਮਕਾਜ ਨਾਲ ਸੰਬੰਧਿਤ ਪੜਤਾਲ ਹੁੰਦੀ ਹੈ ਕਿ ਸਾਡਾ ਕੀ ਖਰਚਾ ਹੋਇਆ, ਉਸ ਵਿੱਚੋਂ ਕਿੰਨਾ ਸਾਨੂੰ ਲਾਭ ਮਿਲਿਆ, ਕੀ ਪ੍ਰੋਫਿਟ ਹੋਇਆ। ਸੋ ਉਹ ਸਾਰਾ ਲੇਖਾ ਪੜਤਾਲ, ਉਸਨੂੰ ਆਡਿਟ ਕਹਿੰਦੇ ਹਨ। ਅਥੋਰਿਟੀਜ਼, ਅਧਿਕਾਰੀ ਵਰਗ। ਸੋ ਬੱਚਿਓ ਇਹ ਸਨ ਏ ਅੱਖਰ ਨਾਲ ਸੰਬੰਧਿਤ ਸ਼ਬਦ। ਸੋ ਹੁਣ ਅਸੀਂ ਬੀ ਅੱਖਰ ਨਾਲ ਸੰਬੰਧਿਤ ਕੁਝ ਹੋਰ ਸ਼ਬਦ ਪੜ੍ਹਾਂਗੇ। ਬੀ ਅੱਖਰ ਨਾਲ ਸੰਬੰਧਿਤ ਸ਼ਬਦ ਹਨ ਬੈਲੈਂਸ, ਬਾਕੀ, ਬਕਾਇਆ। ਇਹ ਸ਼ਬਦ ਸਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ। ਬੇਸਡ ਔਨ ਫੈਕਟਸ, ਤੱਥਾਂ 'ਤੇ ਆਧਾਰਿਤ। ਬੇਸਿਕ ਪੇ, ਮੂਲ ਤਨਖਾਹ ਜਾਂ ਮੂਲ ਵੇਤਨ। ਜਿਵੇਂ ਅਸੀਂ ਇਹ ਵਾਲੇ ਸ਼ਬਦਾਂ ਵਿੱਚ ਪੜ੍ਹਿਆ ਸੀ ਕਿ ਅਲਾਊਂਸ ਮਿਲਦਾ ਹੈ ਅਧਿਕਾਰੀਆਂ ਨੂੰ ਜਾਂ ਸੈਲਰੀ ਦੇ ਨਾਲ। ਤਾਂ ਉਸ ਅਲਾਊਂਸ ਤੋਂ ਬਿਨਾਂ ਜੋ ਬੇਸਿਕ ਪੇ ਹੁੰਦੀ ਹੈ, ਮੂਲ ਤਨਖਾਹ ਹੁੰਦੀ ਹੈ, ਉਹ ਅਲੱਗ ਹੁੰਦੀ ਹੈ। ਤਾਂ ਉਸ ਮੂਲ ਤਨਖਾਹ ਦੇ ਨਾਲ ਕੁਝ ਅਲਾਊਂਸ ਮਿਲਦਾ ਹੈ। ਮੂਲ ਤਨਖਾਹ ਦੇ ਵਿੱਚੋਂ ਉਹ ਅਲਾਊਂਸ ਕੱਢ ਕੇ ਉਹਨੂੰ ਬੇਸਿਕ ਪੇ ਕਿਹਾ ਜਾਂਦਾ ਹੈ। ਬਾਈ ਐਨੂਅਲ, ਸਾਲ ਵਿੱਚ 2 ਵਾਰੀ। ਬਾਈ ਦਾ ਮਤਲਬ ਹੈ 2 ਵਾਰ। ਬਿੱਲ, ਬੀਜਕ, ਪੰਜਾਬੀ ਵਿੱਚ ਇਸ ਨੂੰ ਬਿੱਲ ਵੀ ਕਿਹਾ ਜਾਂਦਾ ਹੈ ਜਾਂ ਬੀਜਕ ਕਹਿ ਦਿੰਦੇ ਹਾਂ। ਬੋਥ ਡੇਜ਼ ਇਨਕਲੂਸਿਵ, ਦੋਹਾਂ ਦਿਨਾਂ ਸਮੇਤ। ਬ੍ਰਾਂਚ, ਸ਼ਾਖਾ। ਬ੍ਰਿੰਗ ਟੂ ਨੋਟਿਸ, ਧਿਆਨ ਦਿਵਾਉਣਾ। ਬਰੌਟ ਫਾਰਵਰਡ, ਅੱਗੇ ਲਿਆਂਦਾ। ਫਾਰਵਰਡ ਦਾ ਮਤਲਬ ਫਾਰਵਰਡ ਕਰਨਾ, ਅੱਗੇ ਕਰਨਾ। ਬਰੌਟ ਮਤਲਬ ਲਿਆਉਣਾ, ਬਰੌਟ ਫਾਰਵਰਡ, ਅੱਗੇ ਲਿਆਂਦਾ।
ਸੋ ਇਹ ਸਨ ਬੀ ਅੱਖਰ ਨਾਲ ਸੰਬੰਧਿਤ ਕੁਝ ਦਫ਼ਤਰੀ ਸ਼ਬਦਾਵਲੀ ਵਾਲੇ ਸ਼ਬਦ। ਸੋ ਹੁਣ ਅਸੀਂ ਸੀ ਅੱਖਰ ਨਾਲ ਸੰਬੰਧਿਤ ਇੱਥੇ ਕੁਝ ਹੋਰ ਸ਼ਬਦ ਪੜ੍ਹਾਂਗੇ। ਸੀ ਅੱਖਰ ਨਾਲ ਸੰਬੰਧਿਤ ਸ਼ਬਦਾਂ ਵਿੱਚ ਪਹਿਲਾ ਸ਼ਬਦ ਹੈ ਕੈਲਕੂਲੇਸ਼ਨ। ਕੈਲਕੂਲੇਸ਼ਨ ਹਿਸਾਬ, ਗਿਣਤੀ। ਕੈਪੀਟਲ ਪੂੰਜੀ, ਸਰਮਾਇਆ, ਜਾਂ ਸਾਨੂੰ ਸਾਰਿਆਂ ਨੂੰ ਕੈਪੀਟਲ ਦਾ ਮਤਲਬ ਰਾਜਧਾਨੀ, ਜੋ ਅਸੀਂ ਪੜ੍ਹਦੇ ਹੀ ਹਾਂ, ਪਤਾ ਹੀ ਹੁੰਦਾ ਹੈ। ਪਰ ਇੱਥੇ ਅਸੀਂ ਦਫ਼ਤਰੀ ਸ਼ਬਦਾਵਲੀ ਵਿੱਚ ਕੈਪੀਟਲ ਸ਼ਬਦ ਤੋਂ ਭਾਵ ਪੂੰਜੀ ਜਾਂ ਸਰਮਾਇਆ ਹੀ ਲਵਾਂਗੇ। ਕੈਸ਼ ਬੁੱਕ, ਰੋਕੜ ਵਹੀ। ਉਹ ਬੁੱਕ ਜਾਂ ਉਹ ਰਜਿਸਟਰ, ਉਹ ਕਾਪੀ ਕਹਿ ਸਕਦੇ ਹਾਂ ਜਿਸ 'ਤੇ ਸਾਰੇ ਦਿਨ ਦਾ ਹਿਸਾਬ ਕਿਤਾਬ ਕੈਸ਼ ਨਾਲ ਸੰਬੰਧਿਤ ਜੋ ਵੀ ਹੈ ਉਹ ਲਿਖਿਆ ਜਾਂਦਾ ਹੈ। ਸੋ ਕੈਸ਼ ਬੁੱਕ, ਰੋਕੜ ਵਹੀ। ਕੈਸ਼ੀਅਰ, ਖਜ਼ਾਨਚੀ, ਜਿਹੜਾ ਕੈਸ਼ ਬੁੱਕ ਦਾ ਹਿਸਾਬ ਕਿਤਾਬ ਰੱਖਦਾ ਹੈ। ਕੈਸ਼ ਮੀਮੋ, ਨਕਦ ਰਸੀਦ। ਕੈਜੂਅਲ ਲੀਵ, ਅਚਨਚੇਤ ਛੁੱਟੀ। ਸੋ ਦਫ਼ਤਰੀ ਕੰਮਕਾਜ ਵਿੱਚ ਇਹ ਕੈਜੂਅਲ ਲੀਵ ਮਿਲਦੀ ਹੈ। ਇਹ ਸ਼ਬਦ ਦਾ ਮਤਲਬ ਹੈ ਕਿ ਜਦੋਂ ਸਾਨੂੰ ਪਹਿਲਾਂ ਨਹੀਂ ਪਤਾ ਕਿ ਸਾਨੂੰ ਕੱਲ੍ਹ ਨੂੰ ਕੀ ਕੰਮ ਪੈਣਾ ਹੈ ਜਾਂ ਸਾਨੂੰ ਅਚਨਚੇਤ ਛੁੱਟੀ ਕਰਨੀ ਪੈਣੀ ਹੈ, ਤਾਂ ਉਹ ਜਦੋਂ ਆਪਾਂ ਉਸੇ ਦਿਨ ਹੀ ਆਪਣੇ ਦਫ਼ਤਰ ਵਿੱਚ ਇਨਫੋਰਮ ਕਰਦੇ ਹਾਂ, ਸੂਚਨਾ ਦਿੰਦੇ ਹਾਂ ਕਿ ਅੱਜ ਸਾਨੂੰ ਇਸ ਕੰਮ ਕਰਕੇ ਜੋ ਛੁੱਟੀ ਲੈਣੀ ਪਵੇਗੀ, ਤਾਂ ਉਸ ਨੂੰ ਅਸੀਂ ਕੈਜੂਅਲ ਲੀਵ ਕਹਿੰਦੇ ਹਾਂ, ਅਚਨਚੇਤ ਛੁੱਟੀ, ਜਿਸ ਬਾਰੇ ਸਾਨੂੰ ਪਹਿਲਾਂ ਨਹੀਂ ਪਤਾ ਕਿ ਸਾਨੂੰ ਇਸ ਕੰਮ ਲਈ ਛੁੱਟੀ ਕਰਨੀ ਪਵੇਗੀ। ਸੋ ਉਹ ਕੈਜੂਅਲ ਲੀਵ ਹੁੰਦੀ ਹੈ, ਭਾਵ ਅਚਨਚੇਤ ਛੁੱਟੀ ਜਾਂ ਇਤਫਾਕੀਆ ਛੁੱਟੀ। ਕੈਟਾਲੌਗ, ਸੂਚੀ ਪੱਤਰ। ਕੈਟਾਲੌਗ ਲਾਇਬ੍ਰੇਰੀਜ਼ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਜਦੋਂ ਜ਼ਿਆਦਾ ਬੁੱਕਸ ਦੇ ਭੰਡਾਰ ਵਿੱਚੋਂ ਕੋਈ ਬੁੱਕ ਲੱਭਣੀ ਹੈ ਤਾਂ ਸਾਨੂੰ ਔਖੀ ਹੋ ਜਾਂਦੀ ਹੈ। ਸੋ ਉਸ ਦੇ ਲਈ ਲਾਇਬ੍ਰੇਰੀਆਂ ਦੇ ਵਿੱਚ ਕੈਟਾਲੌਗ ਬਣਾਇਆ ਜਾਂਦਾ ਹੈ ਕਿ ਹਰ ਬੁੱਕ ਦਾ ਨਾਮ, ਕਿੰਨੇ ਨੰਬਰ ਅਲਮੀਰਾ 'ਚ ਉਹ ਬੁੱਕ ਪਈ ਹੈ। ਸੋ ਉਸ ਨਾਲ ਸੰਬੰਧਿਤ ਸਾਰੀਆਂ ਸਟੈਪਸ ਜਿਹੜੀਆਂ ਨੇ ਉਹ ਕੈਟਾਲੌਗ ਦੇ ਵਿੱਚ ਰੱਖ ਕੇ ਵਿਦਿਆਰਥੀਆਂ ਦੀ ਲਈ ਰੱਖ ਦਿੱਤੀਆਂ ਜਾਂਦੀਆਂ ਹਨ ਕਿ ਵਿਦਿਆਰਥੀ ਆਸਾਨੀ ਨਾਲ ਜੋ ਉਹਨਾਂ ਨੇ ਬੁੱਕ ਲੱਭਣੀ ਹੈ ਉਹ ਕੈਟਾਲੌਗ 'ਚੋਂ ਦੇਖ ਕੇ ਬੁੱਕ ਨੰਬਰ, ਅਲਮੀਰਾ ਨੰਬਰ, ਉਸਦੀ ਸ਼ੈਲਫ ਨੰਬਰ ਦੇਖ ਕੇ ਆਸਾਨੀ ਨਾਲ ਲੱਭ ਸਕਣ। ਸੋ ਕੈਟਾਲੌਗ ਦਾ ਮਤਲਬ ਹੈ ਸੂਚੀ ਪੱਤਰ। ਕੈਟਾਗਰੀ, ਸ਼੍ਰੇਣੀ ਜਾਂ ਵਰਗ। ਚੈੱਕਡ ਐਂਡ ਫਾਊਂਡ ਕਰੈਕਟ, ਪੜਤਾਲ ਕੀਤੀ ਅਤੇ ਠੀਕ ਪਾਇਆ ਗਿਆ। ਸਰਕੂਲਰ, ਗਸ਼ਤੀ ਚਿੱਠੀ ਜਾਂ ਗਸ਼ਤੀ ਪੱਤਰ। ਕਲੇਮ, ਦਾਅਵਾ। ਕਲੈਰੀਕਲ ਐਰਰ, ਲਿਖਾਈ ਭੁੱਲ, ਭਾਵ ਲਿਖਣ ਵੇਲੇ ਜੋ ਗਲਤੀ ਹੋ ਚੁੱਕੀ ਹੈ ਜਾਂ ਜਿਸ ਗਲਤੀ ਨੂੰ ਅੱਗੇ ਸੁਧਾਰਨਾ ਹੈ ਤਾਂ ਉਸ ਗਲਤੀ ਦੇ ਉੱਤੇ ਲਿਖ ਦਿੱਤਾ ਜਾਂਦਾ ਹੈ ਕਿ ਇਹ ਇੱਕ ਕਲੈਰੀਕਲ ਐਰਰ ਹੈ ਜਾਂ ਲਿਖਾਈ ਭੁੱਲ ਹੈ, ਤਾਂ ਇਸ ਵਿੱਚ ਸੁਧਾਰ ਕਰਕੇ ਉਸ ਨਾਲ ਸੰਬੰਧਿਤ ਸ਼ਬਦ ਵੀ ਲਿਖ ਦਿੱਤਾ ਜਾਂਦਾ ਹੈ। ਸੋ ਕਲੈਰੀਕਲ ਐਰਰ ਭਾਵ ਲਿਖਾਈ ਭੁੱਲ। ਸੋ ਬੱਚਿਓ, ਇਹ ਸਨ ਸੀ ਅੱਖਰ ਨਾਲ ਸੰਬੰਧਿਤ ਕੁਝ ਹੋਰ ਸ਼ਬਦ। ਆਪਾਂ ਕੱਲ੍ਹ ਅਗਲੀ ਵੀਡੀਓ ਵਿੱਚ ਸੀ ਅੱਖਰ ਨਾਲ ਸੰਬੰਧਿਤ ਕੁਝ ਹੋਰ ਸ਼ਬਦ ਪੜ੍ਹਾਂਗੇ। ਸੋ ਤਦ ਤੱਕ ਲਈ ਧੰਨਵਾਦ।